My loving students, dear viewers and listeners, in this lecture we shall discuss some more idioms. Our first idiom is an apple of discord. Its meaning is a cause of dispute. ਭਾਵ ਕਿ ਝਗੜੇ ਦਾ ਕਾਰਨ ਜਾਂ ਪੁਆੜੇ ਦਾ ਕਾਰਨ ਜੋ ਹੋਵੇ ਉਸ ਨੂੰ ਅਸੀਂ ਐਪਲ ਆਫ ਡਿਸਕੋਰਡ ਕਹਿ ਦਿੰਦੇ ਹਾਂ। ਇਸ ਈਡੀਅਮ ਦੇ ਪਿੱਛੇ ਛੋਟੀ ਜਿਹੀ ਕਹਾਣੀ ਵੀ ਹੈ। ਬਹੁਤ ਸਾਰੇ ਈਡੀਅਮਸ ਜਾਂ ਪ੍ਰੋਵਰਬਸ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਦੀ ਪਿੱਛੇ ਕੋਈ ਬੈਕਗਰਾਉਂਡ ਹੁੰਦੀ ਹੈ। ਉਹ ਕਹਾਣੀ ਇਸ ਤਰ੍ਹਾਂ ਦੀ ਹੈਗੀ ਆ, ਗ੍ਰੀਕ ਮੈਥੋਲੋਜੀ ਦੇ ਵਿੱਚੋਂ ਜਾਣੀ ਯੂਨਾਨੀ ਮਿਥਿਹਾਸ ਦੇ ਵਿੱਚੋਂ, ਕਿ ਇੱਕ ਦੇਵੀ ਸੀ ਜਿਹਨੂੰ ਕਹੀ ਗੋਡਸ ਆਫ ਡਿਸਕੋਰਡ ਕਿਹਾ ਜਾਂਦਾ ਸੀ, ਯਾਨੀ ਪੁਆੜੇ ਦੀ ਦੇਵੀ ਕਿਹਾ ਜਾਂਦਾ ਸੀ ਉਸ ਨੂੰ। ਅਤੇ ਉਹ ਜਿੱਥੇ ਵੀ ਜਾਂਦੀ, ਜਿੱਥੇ ਵੀ ਹੁੰਦੀ, ਉੱਥੇ ਕੋਈ ਨਾ ਕੋਈ ਪੁਆੜਾ ਪਾ ਦਿੰਦੀ, ਕੋਈ ਨਾ ਕੋਈ ਕਲੇਸ਼ ਜਿਹੜਾ ਸੀ ਉਹ ਖੜਾ ਕਰ ਦਿੰਦੀ ਸੀਗੀ। ਇੱਕ ਵਾਰ ਇਸ ਤਰ੍ਹਾਂ ਦੇਵਲੋਕ ਦੇ ਵਿੱਚ ਹੀ ਆਪਾਂ ਕਹਿ ਲਈਏ ਜਾਂ ਧਰਤੀ ਲੋਕ ਦੇ ਉੱਪਰ ਕੋਈ ਇਹੋ ਜਿਹੀ ਸ਼ਾਦੀ ਸੀਗੀ, ਅਤੇ ਉਸ ਸ਼ਾਦੀ ਦੇ ਵਿੱਚ ਉਸ ਨੂੰ ਬੁਲਾਇਆ ਨਾ ਗਿਆ, ਕਿਉਂਕਿ ਸਾਰੇ ਜਾਣਦੇ ਸੀ ਕਿ ਇਹਨੇ ਕੋਈ ਨਾ ਕੋਈ ਪੁਆੜਾ ਪਾਉਣਾ ਹੈ। ਤਾਂ ਜਦ ਉਸ ਨੂੰ ਸ਼ਾਦੀ ਦਾ ਪਤਾ ਲੱਗਿਆ ਤਾਂ ਉਸ ਨੂੰ ਬੜਾ ਗੁੱਸਾ ਆਇਆ ਔਰ ਉਸਨੇ ਬਦਲਾ ਲੈਣ ਦੇ ਲਈ ਕੀ ਕੀਤਾ, ਇੱਕ ਗੋਲਡਨ ਐਪਲ ਲਿਆ, ਬਹੁਤ ਖੂਬਸੂਰਤ ਐਪਲ ਸੀ, ਔਰ ਉਸ ਐਪਲ ਦੇ ਉੱਪਰ ਲਿਖਤਾ ਫॉर द ਮੋਸਟ ਬਿਊਟੀਫੁਲ, ਇੰਨਾ ਲਿਖ ਕੇ ਮਹਿਮਾਨਾਂ ਵਿੱਚ ਸੁੱਟਤਾ। ਮਹਿਮਾਨਾਂ ਦੇ ਵਿੱਚੋਂ ਭੱਜ ਕੇ ਇੱਕ ਲੇਡੀ ਆਈ ਔਰ ਦੇਖਿਆ ਕਿ ਫॉर द ਮੋਸਟ ਬਿਊਟੀਫੁਲ, ਦੂਜੀ ਆਈ ਫॉर द ਮੋਸਟ ਬਿਊਟੀਫੁਲ, ਹਰ ਇੱਕ ਲੇਡੀ ਕਹੇ ਕਿ ਮੈਂ ਹੀ ਸਭ ਤੋਂ ਵੱਧ ਸੁੰਦਰ ਹੈਗੀ ਹਾਂ। ਔਰ ਲੇਡੀ ਦੇ ਵਿੱਚ ਪੂਰਾ ਝਗੜਾ ਹੋ ਗਿਆ, ਔਰ ਉਹ ਝਗੜਾ ਇੱਥੋਂ ਤੱਕ ਵੱਧ ਗਿਆ ਕਿ ਮੁੜ ਕੇ ਜੋ ਅਸੀਂ ਟਰੋਜਨ ਵਾਰ ਦੇਖਦੇ ਹਾਂ ਉਹ ਵੀ ਉਸ ਦਾ ਇੱਕ ਨਤੀਜਾ ਜਾਣੀ ਸੀ। ਭਾਵ ਕਿ ਐਪਲ ਆਫ ਡਿਸਕੋਰਡ ਉਹ ਝਗੜੇ ਦਾ ਕਾਰਨ ਬਣ ਗਿਆ, ਉਹ ਝਗੜੇ ਵਾਲਾ ਐਪਲ ਬਣ ਗਿਆ, ਜਿਹਦੇ ਕਰਕੇ ਬਹੁਤ ਜ਼ਿਆਦਾ ਰਫੜ ਜਿਹੜਾ ਸੀਗਾ ਪੈ ਗਿਆ। ਸੋ ਇਹਦਾ ਮੀਨਿੰਗ ਅਸੀਂ ਸਿੰਪਲ ਦਿੱਤਾ ਹੈ, ਕਾਜ਼ ਆਫ ਡਿਸਪਿਊਟ। ਤਾਂ ਇਹਦਾ ਅਸੀਂ ਸੈਂਟੈਂਸ ਆਮ ਤੌਰ 'ਤੇ ਬਣਾ ਲੈਂਦੇ ਹਾਂ ਕਿ ਕਸ਼ਮੀਰ ਇਜ਼ ਦਾ ਐਪਲ ਆਫ ਡਿਸਕੋਰਡ ਜਾਂ ਇਜ਼ ਐਨ ਐਪਲ ਆਫ ਡਿਸਕੋਰਡ ਬਿਟਵੀਨ ਇੰਡੀਆ ਐਂਡ ਪਾਕਿਸਤਾਨ। ਇਸ ਨੂੰ ਅਸੀਂ ਇੱਦਾਂ ਵੀ ਕਹਿ ਸਕਦੇ ਹਾਂ ਕਿ ਇਹ ਸਮੌਲ ਪੀਸ ਆਫ ਲੈਂਡ ਇਜ਼ ਐਨ ਐਪਲ ਆਫ ਡਿਸਕੋਰਡ ਜਾਂ ਇਜ਼ ਦਾ ਮੇਨ ਐਪਲ ਆਫ ਡਿਸਕੋਰਡ ਬਿਟਵੀਨ ਦਾ ਟੂ ਬ੍ਰਦਰਸ। ਇੱਥੇ ਇਹ ਵੀ ਯਾਦ ਰੱਖੋ ਕਿ ਇੱਕ ਹੋਰ ਈਡੀਅਮ ਹੁੰਦਾ, ਇੱਥੇ ਨੋਟ ਕਰ ਲਓ, ਬੋਨ ਆਫ ਕੰਟੈਂਸ਼ਨ। ਬੋਨ ਆਫ ਕੰਟੈਂਸ਼ਨ ਦਾ ਮੀਨਿੰਗ ਵੀ ਕਾਜ਼ ਆਫ ਡਿਸਪਿਊਟ ਜਾਂ ਕਾਜ਼ ਆਫ ਕੁਆਰਲ ਹੀ ਹੈ। ਤਾਂ ਇਹ ਤਾਂ ਉਹ ਸਿੱਧਾ ਜਿਹਾ ਰੈਫਰੈਂਸ ਹੈ ਕਿ ਜਦ ਹੱਡੀ ਸੁੱਟੀ ਜਾਂਦੀ ਹੈ, ਬੋਨ ਹੁੰਦੀ ਹੈ ਹੱਡੀ, ਅਤੇ 2 ਕੁੱਤੇ ਜਾਂ 3 ਕੁੱਤੇ ਜਾਂ 4 ਕੁੱਤੇ ਕਿਵੇਂ ਭੱਜ ਕੇ ਉਸ ਵੱਲ ਪੈਂਦੇ ਨੇ ਅਤੇ ਇੱਕ ਦੂਜੇ ਨਾਲ ਲੜਦੇ ਨੇ, ਉੱਥੋਂ ਇਹ ਜਿਹੜਾ ਈਡੀਅਮ ਹੈ ਉਹ ਹੋਂਦ ਵਿੱਚ ਆਇਆ ਹੈ। ਇੱਥੇ ਅਸੀਂ ਉਹੋ ਜਿਹੀ ਕੋਈ ਸੈਂਟੈਂਸ ਬਣਾ ਸਕਦੇ ਹਾਂ ਕਿ ਇਹ ਸਮੌਲ ਪੀਸ ਆਫ ਲੈਂਡ ਜਾਂ ਇਹ ਸਮੌਲ ਅਮਾਊਂਟ ਆਫ ਮਨੀ ਇਜ਼ ਦਾ ਬੋਨ ਆਫ ਕੰਟੈਂਸ਼ਨ ਬਿਟਵੀਨ ਦਾ ਟੂ ਬ੍ਰਦਰਸ। Our next idiom is above all. Above all ਦਾ meaning ਹੁੰਦਾ chiefly, before anything else, mainly, ਮੁੱਖ ਤੌਰ 'ਤੇ। ਅਸੀਂ ਕਹਿੰਦੇ ਹਾਂ ਕਿ he is hard working and rich, but above all he is honest. ਭਾਵ ਕਿ ਉਹ ਮਿਹਨਤੀ ਵੀ ਹੈ, ਉਹ ਅਮੀਰ ਵੀ ਹੈ, ਲੇਕਿਨ ਸਭ ਤੋਂ ਉੱਪਰ ਦੀ ਗੱਲ ਇਹ ਹੈਗੀ ਹੈ ਕਿ ਉਹ ਇਮਾਨਦਾਰ ਹੈ। ਨੈਕਸਟ ਇਜ਼ a bed of roses. A bed of roses ਕੀ ਹੁੰਦਾ? A very comfortable and easy life, ਜਾਣੀ ਇਹ ਲਾਈਫ full of pleasures and comforts। ਇਹਦੇ ਉਲਟ ਇੱਕ ਹੋਰ ਇਡੀਅਮ ਆਏਗਾ, a bed of thorns। A bed of thorns ਹੁੰਦਾ a life full of pains and problems। ਜਾਣੀ ਜੇ ਤਾਂ ਜ਼ਿੰਦਗੀ ਮੁਸ਼ਕਲਾਂ ਨਾਲ, ਮੁਸੀਬਤਾਂ ਨਾਲ, ਸਮੱਸਿਆਵਾਂ ਨਾਲ ਭਰੀ ਹੋਈ ਹੈ, ਉਹਨੂੰ ਅਸੀਂ ਕਹਿੰਦੇ ਇਹ ਬੈੱਡ ਆਫ ਥੋਰਨਸ, ਭਾਵ ਕਿ ਸੂਲਾਂ ਦਾ ਵਿਛਾਉਣਾ। ਜੇ ਹੈ ਇਹ ਬੈੱਡ ਆਫ ਰੋਜ਼ਿਜ਼, ਅਤੇ ਫਿਰ ਅਸੀਂ ਕਹਿੰਦੇ ਹਾਂ ਕਿ ਵੀ ਇਹ ਤਾਂ ਫੁੱਲਾਂ ਦੀ ਸੇਜ ਹੈ,
ਫੁੱਲਾਂ ਦਾ ਵਿਛਾਉਣਾ ਹੈ, ਤਾਂ ਅਸੀਂ ਸੈਂਟੈਂਸ ਬਣਾਵਾਂਗੇ ਕਿ ਲਾਈਫ ਇਜ਼ ਏ ਬੈੱਡ ਆਫ ਰੋਜ਼ਿਜ਼ ਫॉर द ਰਿਚ। ਦੂਜਾ ਇਹਦੇ ਉਲਟ ਕਰ ਦਾਂਗੇ ਕਿ ਲਾਈਫ ਇਜ਼ ਏ ਬੈੱਡ ਆਫ ਥੌਰਨਸ ਫॉर द ਪੂਅਰ। Our next idiom is a bolt from the blue. A bolt from the blue ਹੁੰਦਾ ਹੈ a very sudden and unexpected occurrence. A very sudden and unexpected sad occurrence, painful occurrence, tragic occurrence. ਇਹਦਾ ਭਾਵ ਹੈ ਅਸਮਾਨੀ ਬਿਜਲੀ ਵਾਂਗ। ਇਹ ਬੋਲਟ ਫਰੋਮ ਦਾ ਬਲੂ, ਬੋਲਟ ਕੀ ਆ? ਅਸਮਾਨੀ ਬਿਜਲੀ। ਬਲੂ ਇੱਥੇ ਆਕਾਸ਼ ਵਾਸਤੇ ਆ। ਇਹ ਬੋਲਟ ਫਰੋਮ ਦਾ ਬਲੂ ਭਾਵ ਕਿ ਅਸਮਾਨੀ ਬਿਜਲੀ ਵਾਂਗ ਡਿੱਗਣਾ, ਇਹ ਇਸ ਦਾ ਭਾਵ ਹੈ। ਤਾਂ ਨੈਚੁਰਲੀ ਅਸਮਾਨੀ ਬਿਜਲੀ ਵਾਂਗ ਡਿੱਗਣਾ ਕੋਈ ਮਾੜੀ ਗੱਲ ਹੀ ਹੋ ਸਕਦੀ ਹੈ, ਚੰਗੀ ਗੱਲ ਤਾਂ ਹੋ ਨਹੀਂ ਸਕਦੀ। ਤਾਂ ਇਸ ਕਰਕੇ ਅਸੀਂ ਟ੍ਰੈਜਿਕ ਜਾਂ ਸੈਡ ਅਕਰੈਂਸ ਕਹਿੰਦੇ ਹਾਂ। ਤਾਂ ਆਪਾਂ ਇਸਦਾ ਸੈਂਟੈਂਸ ਇੱਦਾਂ ਬਣਾ ਲਾਂਗੇ ਕਿ ਦਾ ਡੈਥ ਆਫ ਹਿਜ਼ ਫਾਦਰ ਜਾਂ the news of the death of his father was like a bolt from the blue for him, like a bolt from the blue for him. Next is a bookworm. A bookworm कौन ਹੁੰਦਾ? A person always poring over books, always busy with books, always reading books. ਅਸੀਂ ਇਹਨੂੰ ਕਹਿੰਦੇ ਹੁੰਦੇ ਆ ਕਿਤਾਬੀ ਕੀੜਾ। A bookworm can never be a scholar. ਇਹ ਨਾ ਸਮਝੋ ਕਿ ਜਿਹੜਾ bookworm ਉਹੀ scholar ਹੁੰਦਾ। A bookworm can never be a scholar. तो one ਇਹਦਾ ਆਪਾਂ ਇੱਦਾਂ ਵੀ ਬਣਾ ਸਕਦੇ ਹਾਂ ਕਿ one should be an all-rounder and not a bookworm. Next ਹੈ to add insult to injury. ਇਹਦਾ ਆਪਾਂ ਪਹਿਲਾਂ ਉਂਝ ਅਰਥ ਕੱਢ ਲਈਏ। ਇੰਜਰੀ ਹੁੰਦਾ ਜ਼ਖਮ, ਜ਼ਖਮ ਹੋਇਆ ਹੋਵੇ ਤੇ ਉਸ 'ਤੇ ਕੀ ਕੀਤਾ ਜਾਵੇ ਕਿ ਵੀ ਕੋਈ ਨਮਕ ਛਿੜਕਦੇ, ਆਪਾਂ ਪੰਜਾਬੀ 'ਚ ਕਹਿੰਦੇ ਹਾਂ ਕਿ ਜ਼ਖਮ 'ਤੇ ਨਮਕ ਛਿੜਕਣਾ। ਸੋ ਇੰਜਰੀ ਪਹਿਲਾਂ ਹੀ ਆ ਅਤੇ ਕੋਈ ਉਹਦੀ ਹੋਰ ਜਾਣੀ ਇਨਸਲਟ ਕਰਦਾ ਹੋਵੇ। ਤੋ ਇਹਦਾ ਮੀਨਿੰਗ ਆਪਾਂ ਦੇਵਾਂਗੇ ਇੰਗਲਿਸ਼ ਦੇ ਵਿੱਚ ਟੂ ਹਿਊਮੀਲੀਏਟ, ਟੂ ਹਿਊਮੀਲੀਏਟ ਐਨ ਆਲਰੇਡੀ ਹਾਰਮਡ ਪਰਸਨ। ਆਪਾਂ ਕਹੀਏ ਕਿ ਦਾ ਆਫਿਸਰ ਐਡਡ ਇਨਸਲਟ ਟੂ injury by rebuking the person who was already manhandled by the people. Ja, it is very bad for a person to add insult to the injury of another person. Next, a feather in one's cap. ਜਾਨੀ ਕੈਪ ਦੇ ਵਿੱਚ ਇੱਕ ਐਕਸਟਰਾ ਫੀਦਰ ਲੱਗ ਜਾਣਾ, ਇੱਕ ਵਾਧੂ ਫੀਦਰ ਲੱਗ ਜਾਣਾ, ਜਾਨੀ ਐਨ ਔਨਰ ਜਾਂ ਏ ਡਿਸਟਿੰਕਸ਼ਨ, ਐਨ ਔਨਰ ਜਾਂ ਏ ਡਿਸਟਿੰਕਸ਼ਨ। ਹਿਜ਼ bright success या his glorious success in the examination या in the competition was a feather in his cap. Next, above board. Above board ਹੁੰਦਾ honest and uprighteous, ਪੂਰਾ ਇਮਾਨਦਾਰ ਹੋਵੇ, ਜਿਹੜਾ ਹਰ ਤਰ੍ਹਾਂ ਨਾਲ ਸੱਚਾ ਸੁੱਚਾ ਹੋਵੇ, ਉਹਨੂੰ ਅਸੀਂ ਕਹਿੰਦੇ ਹਾਂ above board. He is above board in his dealings with others. He is above board in his dealings with others. Next, a bad egg. ਗੰਦਾ ਆਂਡਾ, ਇਹਨੂੰ ਅਸੀਂ ਇਹ ਬੈਡ ਪੈਨੀ ਵੀ ਕਹਿ ਦਿੰਦੇ ਹਾਂ, PENNY। ਪੈਨੀ ਹੁੰਦੀ ਸੀ ਨਾ ਪਾਈ, ਜਿਹਨੂੰ ਪੈਨਸ ਕਹਿ ਦਿੰਦੇ ਹਾਂ। ਇਹ ਬੈਡ ਐਗ ਜਾਂ ਇਹ ਬੈਡ ਪੈਨੀ, ਇਹ ਦੋਨੋਂ ਅਲੱਗ-ਅਲੱਗ ਇਡੀਅਮਸ ਨੇ। ਇਹਦਾ ਮੀਨਿੰਗ ਹੈ ਇਹ ਵਰਥਲੈਸ ਪਰਸਨ, ਇਹ ਬੈਡ ਪਰਸਨ, ਡੋਂਟ ਟਰਸਟ ਹਿਮ, ਹੀ ਇਜ਼ ਏ ਬੈਡ ਐਗ, ਡੋਂਟ ਟਰਸਟ ਹਿਮ, ਹੀ ਇਜ਼ ਏ ਬੈਡ ਐਗ ਜਾਂ ਹੀ ਇਜ਼ ਏ ਬੈਡ ਪੈਨੀ। ਨੈਕਸਟ, a cock and bull story. A cock and bull story ਹੁੰਦਾ a false story, an incredible story ਜਾਂ an unbelievable story. ਐਵੇਂ cock and bull ਦੀ ਕੋਈ ਕਹਾਣੀ ਬਣਾ ਦੇਣੀ, ਯਾਨੀ ਮਨ ਘੜਤ ਕਹਾਣੀ। ਇਨਕ੍ਰੈਡੀਬਲ ਹੁੰਦਾ unbelievable story, a foolishly unbelievable story.
आई कांट ट्रस्ट, मैं विश्वास नहीं कर सकता, आई कांट ट्रस्ट सच ए कॉक एंड बुल स्टोरी, such a cock and bull story. Next is a fish out of water. A fish out of water, पानी तो बाहर मच्छी किवें महसूस करदी है, तड़फदी है ना। ਇਹਦਾ मीनिंग हो गया टू फील अनकंफर्टेबल या टू फील वेरी अनईजी एंड अनकंफर्टेबल। सेंटेंस आप ਇਹਦਾ बना देंगे कि ए villager feels like a fish out of water in a big city. Next, a hen-pecked husband. A hen-pecked husband ਹੁੰਦਾ ਗਾ ਜਾਨੀ ਜਿਹਨੂੰ ਅਸੀਂ ਕਹਿੰਦੇ ਆ ਜ਼ੋਰੂ ਕਾ ਗੁਲਾਮ। A husband who is always under the thumb of his wife, ਅੰਗੂਠੇ ਥੱਲੇ ਹੋਵੇ, ਜਾਂ who cannot do anything without the permission of his wife। ਆਪਾਂ ਕਹਾਂਗੇ कि a hen-pecked husband can't do anything without the askance या without the permission of his wife। Next, a heavy purse means richness। A heavy purse does not lack friends। ਇਹਦੇ ਉਲਟ ਹੁੰਦਾ a light purse, ਜਾਨੀ ਪਾਵਰਟੀ, लैक ऑफ मनी, लैक ऑफ रिचेज। तो ਇਹਦਾ ਆਪਾਂ ਉਲਟ ਬਣਾ देंगे कि ए लाइट पर्स डज नॉट हैव मैनी फ्रेंड्स। नेक्स्ट इज अ टर्निंग पॉइंट। ए टर्निंग पॉइंट ਹੁੰਦਾ ए बिग चेंज, समथिंग दैट ब्रिंग्स ए सी चेंज, ब्रिंग्स ए बिग चेंज, कंप्लीट चेंज। ਆਪਾਂ ਕਹਾਂਗੇ कि हिज सक्सेस इन द एग्जामिनेशन proved a turning point in his life, या her marriage proved a turning point in her life। A 9 days wonder means a short lived beauty। थोड़ी देर रहने वाली चीज़, 4 दिन की चांदनी कहने असीं पंजाबी च, इंग्लिश असीं कह दिंदे हैं a 9 days wonder। ਇਹਦਾ बड़ा पॉपुलर जो कहावत भी हैगी आ, ब्यूटी इज़ ए 9 days wonder। ब्यूटी इज़ ए 9 days wonder। डेज लिख के ऊपर अपोस्ट्रोफी लगना है। नेक्स्ट है एप्पल पाई ऑर्डर। एप्पल पाई ऑर्डर हुंदा गा इन परफेक्ट ऑर्डर, हर चीज़ बिल्कुल तरतीब दे विच पई होवे। एवरीथिंग लाइज इन एप्पल पाई ऑर्डर इन हिज रूम। नेक्स्ट, a snake in the grass means a hidden enemy, don't trust him, he is a snake in the grass, ਜਾਨੀ ਛੁਪਿਆ ਦੁਸ਼ਮਣ ਜਿਹੜਾ ਹੋਵੇ, ਜਿਵੇਂ ਘਾਹ ਦੇ ਵਿੱਚ ਸੱਪ ਛੁਪਿਆ ਹੋਇਆ ਹੁੰਦਾ ਹੈ। a wolf in sheep's clothing, तो ਇਹਦਾ ਵੀ ਉਹੀ ਹੋ ਗਿਆ, a deceitful person, a deceitful person ਹੋਵੇ ਵੁਲਫ ਬਘਿਆੜ, ਲੇਕਿਨ ਕੱਪੜੇ ਕਿਹੋ ਜਿਹੇ ਪਹਿਨੇ ਹੋਣ, ਸ਼ੀਪ ਵਾਲੇ, ਸ਼ੀਪ ਦੀ खल होवे, ਇਹਦਾ ਵੀ ਆਪਾਂ ਉਹੋ ਜਿਹਾ ਬਣਾ ਦਾਂਗੇ। डोंट ट्रस्ट हिम बिकॉज ही इज़ ए वुल्फ इन शीप्स क्लोथिंग। शीप ਦੇ ਨਾਲ ਅਸੀਂ ਅਪੋਸਟ੍ਰੋਫੀ ਐਸ ਲਾਇਆ ਹੋਇਆ। ए वाइट लाई, ए वाइट लाई ਹੁੰਦਾ ਗਾ ए क्लीयर कट लाई, एन अनएक्सक्यूजेबल अनट्रुथ, भाव कि बिल्कुल कोरा झूठ। इट इज़ ए वाइट लाई that the officer was bribed in this matter। इस तरह हुंदा a white elephant। a white elephant हुंदा a very costly but a useless thing, या a very costly but a thing that is not of much use। जिस तरह से कह सकते हैं कि a car is a white elephant for a farmer, या ए कार इज़ ए वाइट एलीफेंट फॉर ए लो पेड क्लर्क, ਇਹੋ ਜਿਹਾ ਅਸੀਂ ਕੋਈ ਬਣਾ ਸਕਦੇ ਹੈਗੇ ਆ। ਐਨ ਆਈ ਫॉर ਐਨ ਆਈ, ਐਨ ਆਈ ਫॉर ਐਨ ਆਈ ਹੁੰਦਾ ਗਾ ਜਾਨੀ ਜੇ ਇੱਕ ਦੀ ਅੱਖ ਭੰਨਤੀ ਨਾ ਤਾਂ ਦੂਜੀ ਦੀ ਅੱਖ ਭੰਨੋ, ਅਦਲੇ ਦਾ ਬਦਲਾ। टिट फॉर टैट, ਉਹੀ ਕੁਛ ਕਰਨਾ ਜੋ ਇੱਕ ਨੇ ਕੀਤਾ ਹੈ ਬਦਲਾ ਉਸ ਤਰ੍ਹਾਂ ਲੈਣਾ। टू रिटर्न ईवल फॉर ईवल, इस तरह भी आप कह सकते हैं। तो इट इज़ नॉट
a good policy to take an eye for an eye. ਜਾਂ an eye for an eye is not a good policy. At hand, quite near. बिल्कुल नेड़े. Our examination is at hand. बिल्कुल नेड़े है. तो behind one's back, पिठ पीछे. यानी not on the face but behind a person. It is a bad habit to talk of a person behind his back. Bread and butter. Bread and butter. Bread and butter ਹੁੰਦਾ livelihood, रोजगार. तो people have to work very hard to earn their bread and butter. The breadwinner means कमाई ਕਰਨ वाला. One who earns for the family, one who earns for himself and for his family. My father is the only breadwinner in my family. Thank you.